वैसे तो स्कूल सचमुच स्मार्ट है, तो स्मार्ट किस पासे नूं है, किस पासे नूं इन्हां ने स्मार्ट होने का सबूत दिता, वो तुहानूं असीं गलबात करनी है। चरणप्रीत की गल हुई है पुੱਤ, तुसीं इत्थे स्कूल दे बाहर अज सानूं सੱਦਣਾ पिया तुहानूं? सर मेरा कल +2 का फर्स्ट एग्जाम ਸੀਗਾ ਤੇ ਉਹਦੇ 'ਚ ਮੈਂ ਜਿਵੇਂ ਹਰ ਵਾਰ ਦੀ ਤਰ੍ਹਾਂ ਮੈਂ ਬਹੁਤ ਮਿਹਨਤ ਕੀਤੀ ਸੀ, ਬਟ ਜਦੋਂ ਕਲਾਸ ਦੇ ਵਿੱਚ ਪੇਪਰ ਸਟਾਰਟ ਹੋਇਆ ਤਾਂ ਜੋ ਸੁਪਰਵਾਈਜ਼ਰ ਸੀਗਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਚੀਟਿੰਗ ਕਰਾਈ ਗਈ। ਆਪਣਾ ਫੋਨ ਹੀ ਦਿੱਤਾ ਗਿਆ ਵੀ ਤੁਸੀਂ ਨਕਲ ਕਰੋ ਜਿਹੜੇ ਬੱਚੇ ਨਹੀਂ ਪੜ੍ਹ ਕੇ ਆਏ ਸੀ। ਤੇ ਫਿਰ ਇਸ ਗੱਲ 'ਤੇ ਮੈਂ ਬਿਲਕੁਲ ਖਿਲਾਫ ਹਾਂ, ਕਿਉਂਕਿ ਮੈਂ ਜਦੋਂ ਮਿਹਨਤ ਕਰਕੇ ਨੰਬਰ ਲਵਾਂ ਤੇ ਹੋਰ ਬੱਚੇ ਨਾ ਪੜ੍ਹ ਕੇ ਵੀ ਨੰਬਰ ਲਈ ਜਾਣ, ਤੇ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ। ਭਗਵੰਤ ਮਾਨ ਸਰਕਾਰ ਤਾਂ ਪੁੱਤ ਲਗਾਤਾਰ ਕਹਿ ਰਹੀ ਵੀ ਅਸੀਂ ਸਿੱਖਿਆ ਸਹੂਲਤਾਂ ਵਧੀਆ ਕਰ ਦੇਣੀਆਂ, ਤੇ ਹੁਣ ਮੇਰੇ ਖਿਆਲ ਇਹ ਤਾਂ ਸਰਕਾਰ ਭਗਵੰਤ ਮਾਨ ਦੀ ਹੈ, ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਰੋਣ ਲੱਗ ਗਈ ਜੀ ਕੁੜੀ ਪੇਪਰ ਤੋਂ ਬਾਅਦ। ਮੈਂ ਕਿਹਾ ਵੀ ਬੇਟਾ ਰੋਂਦੀ ਕਿਉਂ? ਇਹਦੀ ਮੰਮੀ ਵੀ ਉੱਥੇ ਸੀ। ਮੈਂ ਕਿਹਾ ਵੀ ਰੋਂਦੀ ਕਿਉਂ ਆ? ਕਹਿੰਦੀ ਡੈਡੀ ਵੀ ਇਸ ਤਰ੍ਹਾਂ ਨਕਲ ਹੁੰਦੀ ਆ। ਚਲੋ ਮੰਨ ਲਿਆ, ਵੈਸੇ ਪੜ੍ਹ ਕੇ ਬੰਦਾ ਨੰਬਰ ਹੀ ਤੋਂ ਵੱਧ ਲੈ ਦੇਵੇ। ਕਹਿੰਦੀ ਕੋਈ ਗੱਲ ਨਹੀਂ, ਮੈਨੂੰ ਖੁਸ਼ੀ ਹੋਊਗੀ ਵੀ ਪੜ੍ਹਦੇ ਬੱਚੇ ਹੋਰ ਵੀ ਪੜ੍ਹਦੇ ਆ, ਪਰ ਟੀਚਰਾਂ ਨੇ ਮੋਬਾਈਲ ਹੀ ਅੰਦਰ ਦੇ ਦਿੱਤਾ ਬੱਚਿਆਂ ਨੂੰ। ਮੇਰਾ ਬੱਚਾ ਡਿਪਰੈਸ਼ਨ ਚਲੇ ਗਿਆ ਜੀ, ਕੁਛ ਕਰ ਲਿਆ, ਫਿਰ ਕੌਣ ਜ਼ਿੰਮੇਵਾਰ ਹੈ? ਕਿਆ ਸਕੂਲ ਵਾਲੇ ਜ਼ਿੰਮੇਵਾਰ ਹੈ ਜਾਂ ਸਰਕਾਰਾਂ ਜ਼ਿੰਮੇਵਾਰ ਹੈ ਜੀ? ਉਹ ਤੋਂ ਬਾਅਦ ਜਦੋਂ ਮੈਂ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਫੋਨ ਤੇ, ਉਹ ਕਹਿੰਦੀ ਇੰਨੀ ਤਾਂ ਨਕਲ ਮਾੜੀ ਮੋਟੀ ਤੇ ਚੱਲਦੀ ਹੀ ਰਹਿੰਦੀ ਆ। ਕਹਿੰਦੀ ਜਿਹੜਾ ਮਿਹਨਤ ਵਾਲਾ ਬੱਚਾ ਨਾ ਉਹਨੂੰ ਆਪਣੇ ਪੂਰੇ ਮਾਰਕਸ, ਉਹਨੂੰ ਪੂਰਾ ਜਿੰਨੀ ਉਹਨੇ ਤਿਆਰੀ ਕੀਤੀ ਹੈ। ਜਿਹੜਾ ਦੂਜਾ ਨਕਲ ਵਾਲਾ ਬੱਚਾ ਹੈ ਉਹਨੂੰ ਤਾਂ ਪਾਸ ਮਾਰਕਸ ਵਾਲੀ ਹੀ ਨਕਲ ਹੁੰਦੀ ਹੋਏਗੀ। ਵੀ ਇਹਦਾ ਮਤਲਬ ਇਹ ਮੰਨੀਏ ਅਸੀਂ ਵੀ ਇਹ ਟੀਚਰ ਨਹੀਂ ਕਰਾ ਰਹੇ, ਉੱਤੋਂ ਖੁੱਲ੍ਹ ਦਿੱਤੀ ਹੋਈ ਹੈ ਇਹਨਾਂ ਨੂੰ, ਕਿਉਂਕਿ ਇਹਦਾ ਬੱਚੀ ਦਾ ਕਹਿਣਾ ਵੀ ਕੋਈ ਸਟੂਡੈਂਟ ਨਹੀਂ ਮੋਬਾਈਲ ਲੈ ਕੇ ਆਇਆ ਹੋਇਆ ਸੀ। ਨਿਗਰਾਨ ਨੇ ਖੁਦ ਆਪਣਾ ਮੋਬਾਈਲ ਦਿੱਤਾ ਕੁੜੀ ਨੂੰ, ਨਾ ਨਹੀਂ ਲੈਣਾ ਚਾਹੁੰਦੇ, ਕਹਿੰਦੇ ਅਸੀਂ ਵੀ ਲੈ ਭਾਈ ਕੁੜੀਏ ਕਰ ਲਾ ਪੇਪਰ। ਹਰੇਕ ਨਿਗਰਾਨ ਨੂੰ ਰਿਟਰਨ ਦਿੱਤਾ ਹੋਇਆ, ਬੱਚੇ ਨਿਗਰਾਨ ਦੇ ਸਾਈਨ ਵੀ ਹੈਗੇ ਆ ਵੀ ਮੈਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਬੱਚੇ ਦੀ ਤਲਾਸ਼ੀ ਲੈ ਲਈ ਜਾਵੇ। ਤਲਾਸ਼ੀ ਦੇ ਨਾਲ ਜਿਹੜਾ ਹੈ ਵੀ ਕੋਈ ਸਲਿੱਪ ਆਉਂਦੀ ਹੈ, ਉਹ ਸਾਰਾ ਕੁਝ ਲੈ, ਕੋਈ ਫੋਨ ਹੈ, ਕੋਈ ਅਨਫੇਅਰ ਚੀਜ਼ ਨਹੀਂ ਹੋਣੀ ਚਾਹੀਦੀ। ਜੇ ਲੜਕੀ ਉਸੇ ਟਾਈਮ ਹੀ ਕੋਈ ਇਹ ਗੱਲ ਕਹਿੰਦੀ ਕਿ ਮੇਰੇ ਨੌਲੇਜ 'ਚ ਲੈ ਕੇ ਆਂਦੀ ਮੈਡਮ ਚੀਜ਼ ਤੁਹਾਡੇ ਸੈਂਟਰ 'ਚ ਇਸ ਤਰ੍ਹਾਂ ਹੋ ਰਿਹਾ, ਜੇ ਮੈਂ ਉਸ ਟਾਈਮ ਐਕਸ਼ਨ ਨਾ ਲੈਂਦੀ ਤਾਂ ਮੈਂ ਉਸ ਦੇ ਲਈ ਫਿਰ ਜ਼ਿੰਮੇਵਾਰ। ਕਹਿ ਰਹੇ ਵੀ ਕਿਤੇ ਤੁਸੀਂ ਮਜਬੂਰ ਹੋਵੇ, ਆਰਡਰ ਉੱਪਰੋਂ ਹੋਣ ਸਿੱਖਿਆ ਮੰਤਰੀ ਦੇ ਰਿਲੈਕਸੇਸ਼ਨ ਦੇ ਬੱਚਿਆਂ ਨੂੰ, ਕਿਉਂਕਿ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਲਈ ਸਰਕਾਰਾਂ ਕਹਿ ਰਹੀਆਂ ਨੇ, ਕਿਤੇ ਆਹ ਜਲੂਸ ਕੱਢ ਕੇ ਤਾਂ ਨਹੀਂ ਸਿੱਖਿਆ ਪ੍ਰਣਾਲੀ ਉੱਚੀ ਚੱਕ ਰਹੇ ਜੀ ਇਹ। ਇਸ ਦੇ ਬਾਰੇ ਦੇਖੋ ਜੀ ਮੈਂ ਕੁਝ ਨਹੀਂ ਕਹਿ ਸਕਦੀ ਤੁਹਾਨੂੰ ਜੀ, ਠੀਕ ਹੈ ਜੀ, ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਵੀ ਨਾ ਕੁਝ ਕਹਿਣਾ ਬਹੁਤ ਕੁਝ ਬਿਆਨ ਕਰਦਾ ਵੈਸੇ ਜੀ। ਪ੍ਰੈਜ਼ੀਡੈਂਟ ਵੀ ਤਾਂ ਕੋਈ ਦੇਖ ਕੇ ਲਗਾਇਆ ਜਾਂਦਾ ਜੀ ਵੀ ਇਹ ਹੈਗਾ, ਇਹ ਸਖਤ ਹੈਗੇ ਨੇ, ਇਹ ਕਰ ਸਕਦੇ, ਫਿਰ ਇਹਦਾ ਮਤਲਬ ਇਹ ਮੰਨੀਏ ਵੀ ਤੁਹਾਡਾ ਭੈਓ ਨਹੀਂ ਹੈਗਾ ਜੀ ਨਿਗਰਾਨ। ਤੇ ਹੁਣ ਤੁਹਾਡੇ ਧਿਆਨ 'ਚ ਆ ਗਈ ਜੀ ਗੱਲ, ਹੁਣ ਲਓਗੇ ਐਕਸ਼ਨ ਜੀ? ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦੇ ਹਾਲਾਤ ਕਿਵੇਂ ਦੇ ਨੇ ਉਹ ਤੁਸੀਂ ਵੀ ਜਾਣਦੇ ਹੋ। ਜਦੋਂ ਸਰਕਾਰ ਕਾਂਗਰਸ ਦੀ ਸੀਗੀ ਜਾਂ ਬਾਦਲ ਸਰਕਾਰ ਸੀਗੀ, ਉਦੋਂ ਤੋਂ ਹੀ ਵਿਰੋਧੀ ਧਿਰਾਂ ਲਗਾਤਾਰ ਨਿਸ਼ਾਨੇ ਸਾਧਦੀਆਂ ਆ ਰਹੀਆਂ ਨੇ ਕਿ ਸਿੱਖਿਆ ਪ੍ਰਣਾਲੀ ਦਾ ਬਹੁਤ ਬੁਰਾ ਹਾਲ ਹੈ, ਇਹਨੂੰ ਉੱਚਾ ਚੁੱਕਣ ਦੀ ਲੋੜ ਹੈ। ਕੈਪਟਨ ਦੇ ਵੇਲੇ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਰਹੇ, ਪਰ ਕੈਪਟਨ ਸਾਹਿਬ ਇਹ ਵੀ ਕਹਿੰਦੇ ਰਹੇ ਵੀ ਮੈਂ ਜੀ ਸਕੂਲ ਦੇਖ ਲਓ ਜੀ 5000 ਤੋਂ ਵੱਧ ਅਸੀਂ ਸਮਾਰਟ ਸਕੂਲ ਬਣਾ ਦਿੱਤੇ, ਤੇ ਸਕੂਲ ਇਹ ਵੀ ਸਮਾਰਟ ਹੀ ਆ ਜੀ। ਦੇਖੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕੰਡਰੀ ਸਮਾਰਟ ਸਕੂਲ ਮੀਆਂਪੁਰ ਦਾ ਜ਼ਿਲ੍ਹਾ ਰੋਪੜ ਦਾ ਸਕੂਲ ਹੈ ਜੀ। ਇਹ ਸਮਾਰਟ ਕਿਸ ਪਾਸੇ ਨੂੰ ਹੈ? ਵੈਸੇ ਤਾਂ ਇਹ ਸਕੂਲ ਸੱਚਮੁੱਚ ਸਮਾਰਟ ਹੈ, ਤੇ ਸਮਾਰਟ ਕਿਸ ਪਾਸੇ ਨੂੰ ਹੈ, ਕਿਸ ਪਾਸੇ ਨੂੰ ਇਹਨਾਂ ਨੇ ਸਮਾਰਟ ਹੋਣ ਦਾ ਸਬੂਤ ਦਿੱਤਾ, ਉਹ ਤੁਹਾਨੂੰ ਅਸੀਂ ਗੱਲਬਾਤ ਕਰਨੀ ਹੈ। ਇੱਕ ਪਿਤਾ ਇੱਕ ਧੀ ਕਿਉਂ ਇੱਥੇ ਆਏ ਹੋਏ ਨੇ, ਇਹ ਗੱਲਬਾਤ ਅਸੀਂ ਕਰਦੇ ਹਾਂ। ਸੋ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਮੇਰਾ ਚੰਨਪ੍ਰੀਤ ਨਾਮ ਹੈ। ਚਰਨਪ੍ਰੀਤ? ਨਹੀਂ ਚੰਨਪ੍ਰੀਤ। ਚੰਨਪ੍ਰੀਤ। ਹਾਂਜੀ ਚੰਨਪ੍ਰੀਤ ਕੀ ਗੱਲ ਹੋਈ ਹੈ ਪੁੱਤ, ਤੁਸੀਂ ਇੱਥੇ ਸਕੂਲ ਦੇ ਬਾਹਰ ਅੱਜ ਸਾਨੂੰ ਸੱਦਣਾ ਪਿਆ ਤੁਹਾਨੂੰ? ਸਰ ਮੇਰਾ ਕੱਲ +2 ਦਾ ਫਰਸਟ ਐਗਜ਼ਾਮ ਸੀਗਾ ਤੇ ਉਹਦੇ 'ਚ ਮੈਂ ਜਿਵੇਂ ਹਰ ਵਾਰ ਦੀ ਤਰ੍ਹਾਂ ਮੈਂ ਬਹੁਤ ਮਿਹਨਤ ਕੀਤੀ ਸੀ, ਬਟ ਜਦੋਂ ਕਲਾਸ ਦੇ ਵਿੱਚ ਪੇਪਰ ਸਟਾਰਟ ਹੋਇਆ ਤਾਂ ਜੋ ਸੁਪਰਵਾਈਜ਼ਰ ਸੀਗਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਚੀਟਿੰਗ ਕਰਾਈ ਗਈ। ਆਪਣਾ ਫੋਨ ਹੀ ਦਿੱਤਾ ਗਿਆ ਵੀ ਤੁਸੀਂ ਨਕਲ ਕਰੋ ਜਿਹੜੇ ਬੱਚੇ ਨਹੀਂ ਪੜ੍ਹ ਕੇ ਆਏ ਸੀ। ਤੇ ਫਿਰ ਇਸ ਗੱਲ 'ਤੇ ਮੈਂ ਬਿਲਕੁਲ ਖਿਲਾਫ ਹਾਂ, ਕਿਉਂਕਿ ਮੈਂ ਜਦੋਂ ਮਿਹਨਤ ਕਰਕੇ ਨੰਬਰ ਲਵਾਂ ਤੇ ਹੋਰ ਬੱਚੇ ਨਾ ਪੜ੍ਹ ਕੇ ਵੀ ਨੰਬਰ ਲਈ ਜਾਣ, ਤੇ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ, ਕਿਉਂਕਿ ਇਸ ਤਰ੍ਹਾਂ ਐਜੂਕੇਸ਼ਨ ਦਾ ਜੋ ਹੈਗਾ ਇਹ ਬਿਲਕੁਲ ਵੀ ਉੱਚਾ ਨਹੀਂ ਚੱਕਿਆ ਜਾ ਸਕਦਾ ਪੰਜਾਬ ਦੇ ਗਵਰਨਮੈਂਟ ਸਕੂਲ ਦੇ ਵਿੱਚ। ਮਤਲਬ ਕਿ ਤੂੰ ਕਹਿੰਦੀ ਆ ਵੀ ਮੈਂ 3-3 ਵਜੇ ਤੱਕ ਪੜ੍ਹਾਂ, ਤੇ ਜਿਹੜੇ ਨਲਾਇਕ ਆ ਉਹਨਾਂ ਨੂੰ ਮੋਬਾਈਲ ਦੇ ਕੇ ਉਹ 100 ਚੋਂ 100 ਨੰਬਰ ਲੈ ਜਾਣ, ਤੇ ਤੁਹਾਡੇ ਤੁਸੀਂ ਪੜ੍ਹ ਕੇ ਵੀ ਉਹਨਾਂ ਦੇ ਬਰਾਬਰ ਨਾ ਪਹੁੰਚ ਸਕੋ ਨਾ। ਹਾਂਜੀ ਬਿਲਕੁਲ ਇਹ ਗੱਲ ਹੈ, ਤੇ ਮੈਨੂੰ ਨੰਬਰਾਂ ਦਾ ਬਹੁਤਾ ਫਰਕ ਨਹੀਂ ਹੈ ਕਿ ਮੇਰੇ ਕਿਸੇ ਦਾ 1 ਨੰਬਰ ਮੇਰੇ ਨਾਲ ਵੱਧ ਗਿਆ, ਬਟ ਗੱਲ ਹੈ ਜੋ
ਹਾਂਜੀ, ਮਿਹਨਤ ਤੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਜੋ ਕਿ ਗਿਰ ਹੀ ਰਿਹਾ ਹੈ। ਮੈਂ ਇਹ ਹੋਪ ਨਹੀਂ ਕਰਦੀ ਵੀ ਹਰ ਰੋਜ਼ ਜਿਹੜਾ ਐਜੂਕੇਸ਼ਨ ਸਿਸਟਮ ਆ ਉੱਪਰ ਨੂੰ ਜਾਏਗਾ, ਬਲਕਿ ਜਦੋਂ ਇੰਨੀ ਸ਼ਰੇਆਮ ਨਕਲ ਚੱਲ ਰਹੀ ਹੈ ਤਾਂ ਐਜੂਕੇਸ਼ਨ ਸਿਸਟਮ ਹੇਠਾਂ ਵੱਲ ਨੂੰ ਹੀ ਆ ਰਿਹਾ ਹੈ। ਸੋ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਪੰਜਾਬ 'ਚ ਇਹ ਸਭ ਹੋਵੇ। ਭਗਵੰਤ ਮਾਨ ਸਰਕਾਰ ਤਾਂ ਪੁੱਤ ਲਗਾਤਾਰ ਕਹਿ ਰਹੀ ਹੈ ਵੀ ਅਸੀਂ ਸਿੱਖਿਆ ਸਹੂਲਤਾਂ ਵਧੀਆ ਕਰ ਦੇਣੀਆਂ, ਤੇ ਹੁਣ ਮੇਰੇ ਖਿਆਲ ਇਹ ਤਾਂ ਸਰਕਾਰ ਭਗਵੰਤ ਮਾਨ ਦੀ ਹੈ, ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਹਾਂਜੀ ਸਰ, ਤੇ ਜੇ ਉਹਨਾਂ ਸਰਕਾਰਾਂ ਨੂੰ ਲੱਗਦਾ ਕਿ ਪੰਜਾਬ ਦੇ ਸਰਕਾਰੀ ਸਕੂਲ ਇੰਨੇ ਸ਼ਾਨਦਾਰ ਹੈ, ਸਮਾਰਟ ਆ, ਤਾਂ ਉਹ ਆਪਣੇ ਬੱਚਿਆਂ ਨੂੰ ਵੀ ਇਹਨਾਂ ਸਕੂਲਾਂ 'ਚ ਪੜ੍ਹਾਉਣ। ਕਿਉਂ ਉਹ ਪ੍ਰਾਈਵੇਟ 'ਚ ਇੰਨਾ ਖਰਚਾ ਕਰਦੇ ਨੇ? ਇਹਨਾਂ ਨੂੰ ਵੀ ਇੱਥੇ ਪੜ੍ਹਾਇਆ ਜਾਵੇ ਜਿੱਥੇ ਅਸੀਂ ਪੜ੍ਹਦੇ ਆ। ਕਿੰਨੇ ਕਿੰਨੇ ਨੰਬਰ ਆ ਜਾਂਦੇ ਤੁਹਾਡੇ? ਸਰ ਆ ਜਾਂਦੇ ਆ ਮਤਲਬ ਲੈਕਚਰਰ ਦੀ ਵੀ ਸ਼ੋਰਟੇਜ ਹੁੰਦੀ ਆ, ਤਾਂ ਥੋੜ੍ਹੇ ਬਹੁਤੇ ਘੱਟ ਜਾਂਦੇ ਆ। ਮਤਲਬ ਕਦੇ ਅਸੀਂ ਫੁੱਲ ਮਾਰਕਸ ਵੀ ਲੈਂਦੇ ਆ, ਤੇ ਮੇਰੀ ਪੋਜੀਸ਼ਨ ਫਸਟ ਰਹਿੰਦੀ ਆ ਹਰ ਕਲਾਸ ਦੇ ਵਿੱਚ ਜਦੋਂ ਤੱਕ ਮੈਂ ਪੜ੍ਹਦੀ ਨਹੀਂ ਆ ਤੱਕ। ਜ਼ਿਲ੍ਹੇ ਚੋਂ ਵੀ ਫਸਟ ਹੁੰਦੀਆਂ ਤੂੰ, ਹਨਾ? ਹਾਂਜੀ ਸਰ, ਸਾਨੂੰ ਹੋਪ ਸੀ 10th ਦੇ ਵਿੱਚ ਕਿ ਮਿਹਨਤ ਬਹੁਤ ਕੀਤੀ ਸੀਗੀ ਕਿ ਮੈਰਿਟ ਦੀ ਹੋਪ ਸੀ, ਬਟ ਪੈਂਡੈਮਿਕ ਦੇ ਕਰਕੇ ਰਿਜ਼ਲਟ ਨਹੀਂ ਆਇਆ ਪਾਸ ਸਾਡਾ। ਤੇ ਪਿਤਾ ਜੀ ਨਾਲ ਗੱਲ ਕਰਦੇ ਹਾਂ ਤੁਹਾਡੇ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਜੀ ਤੁਹਾਡਾ? ਜਗਤਾਰ ਸਿੰਘ ਜੀ। ਜਗਤਾਰ ਸਿੰਘ ਜੀ, ਕਿਵੇਂ ਦੱਸਦੀ ਆ ਧੀ? ਕਿਉਂਕਿ ਕੱਲ ਜਦੋਂ ਤੁਹਾਡਾ ਇਹਦਾ ਫੋਨ ਆਇਆ ਮੈਨੂੰ, ਇਹ ਰੋਂਦੀ ਸੀ, ਇਹ ਕਾਰਨ ਕੀ ਸੀ ਜੀ ਉਹਦਾ? ਇਹ ਸਰ ਬਹੁਤ ਮਿਹਨਤ ਕਰਦੀ ਹੈ ਕੁੜੀ। ਸਵੇਰ ਰਾਤ ਨੂੰ 3-3 ਵਜੇ ਤੱਕ ਪੜ੍ਹਦੀ ਹੈ ਜੀ ਕੁੜੀ। ਆ ਜਾ ਕੇ ਜਦੋਂ ਉਰੇ ਪੇਪਰ ਦੇ ਕੇ ਗਈ, ਕੱਲ੍ਹ ਇਹਦਾ ਪੇਪਰ ਸੀ ਜੀ, ਉਹ ਤੋਂ ਬਾਅਦ ਇਹ ਜਾ ਕੇ ਰੋਣ ਲੱਗ ਗਈ ਜੀ ਕੁੜੀ। ਪੇਪਰ ਤੋਂ ਬਾਅਦ ਮੈਂ ਕਿਹਾ ਵੀ ਬੇਟਾ ਰੋਂਦੀ ਕਿਉਂ? ਇਹਦੀ ਮੰਮੀ ਵੀ ਉੱਥੀ ਸੀ। ਮੈਂ ਕਿਹਾ ਵੀ ਰੋਂਦੀ ਕਿਉਂ ਆ? ਕਹਿੰਦੀ ਡੈਡੀ ਵੀ ਇਸ ਤਰ੍ਹਾਂ ਨਕਲ ਹੁੰਦੀ ਆ। ਚਲੋ ਮੰਨ ਲਿਆ, ਵੈਸੇ ਪੜ੍ਹ ਕੇ ਬੰਦਾ ਨੰਬਰ ਹੀ ਤੋਂ ਵੱਧ ਲੈ ਲਵੇ। ਕਹਿੰਦੀ ਕੋਈ ਗੱਲ ਨਹੀਂ, ਮੈਨੂੰ ਖੁਸ਼ੀ ਹੋਊਗੀ ਵੀ ਪੜ੍ਹਦੇ ਬੱਚੇ ਹੋਰ ਵੀ ਪੜ੍ਹਦੇ ਆ। ਪਰ ਟੀਚਰਾਂ ਨੇ ਮੋਬਾਈਲ ਹੀ ਅੰਦਰ ਦੇ ਦਿੱਤਾ ਬੱਚਿਆਂ ਨੂੰ। ਉਹ ਮੋਬਾਈਲ ਰਾਹੀਂ ਫੁੱਲ ਨਕਲ ਕਰਨਾ। ਪੜ੍ਹਨੇ ਵਾਲਾ ਬੱਚਾ ਤਾਂ ਸਰ ਪਿੱਛੇ ਚਲੇ ਜਾਊਗਾ, ਫਿਰ ਜਿਹੜੇ ਨਹੀਂ ਪੜ੍ਹਦੇ ਉਹ ਨਕਲ ਮਾਰ ਕੇ ਅੱਗੇ ਚਲੇ ਜਾਊਗੇ। ਉਹਦੇ ਕਾਰਨ ਕਰਕੇ ਡਿਪਰੈਸ਼ਨ ਚੱਲ ਜੇ ਬੱਚਾ, ਜਾਂ ਕੁਝ ਕਰ ਲੇ। ਮੇਰਾ ਬੱਚਾ ਡਿਪਰੈਸ਼ਨ ਚਲੇ ਗਿਆ ਜੀ, ਕੁਝ ਕਰ ਲਿਆ, ਫਿਰ ਕੌਣ ਜ਼ਿੰਮੇਵਾਰ ਹੈ? ਕਿਆ ਸਕੂਲ ਵਾਲੇ ਜ਼ਿੰਮੇਵਾਰ ਹੈ ਜਾਂ ਸਰਕਾਰਾਂ ਜ਼ਿੰਮੇਵਾਰ ਹੈ ਜੀ? ਠੀਕ ਹੈ ਜੀ। ਉਹ ਤੋਂ ਬਾਅਦ ਜਦੋਂ ਮੈਂ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਫੋਨ ਤੇ, ਉਹ ਕਹਿੰਦੀ ਇੰਨੀ ਤਾਂ ਨਕਲ ਮਾੜੀ ਮੋਟੀ ਤੇ ਚੱਲਦੀ ਹੀ ਰਹਿੰਦੀ ਆ। ਕਹਿੰਦੀ ਜਿਹੜੇ ਬੱਚੇ ਨਹੀਂ ਪੜ੍ਹਦੇ, ਕਹਿੰਦੀ ਉਹਨਾਂ ਦਾ ਪਾਸ ਹੋਣਾ ਹੀ ਕਰਾਉਣਾ ਹੀ ਪਊਗਾ। ਕਹਿੰਦੀ ਉਹ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ, ਮੈਂ ਤੁਹਾਨੂੰ ਰਿਕਾਰਡਿੰਗ ਵੀ ਦੇ ਦੂੰਗਾ। ਬਿਲਕੁਲ। ਸੋ ਅਸੀਂ ਰਿਕਾਰਡਿੰਗ ਵੀ ਉਹ ਚਲਾ ਰਹੇ ਹਾਂ ਤੁਹਾਨੂੰ। ਪਹਿਲਾਂ ਤੁਸੀਂ ਰਿਕਾਰਡਿੰਗ ਸੁਣ ਲਓ, ਬਾਕੀ ਗੱਲਾਂ ਅਸੀਂ ਬਾਅਦ ਚ ਕਰਦੇ ਹਾਂ। ਹੈਲੋ, ਹਾਂਜੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ? ਠੀਕ ਹੈ ਜੀ, ਤੁਸੀਂ ਦੱਸੋ? ਠੀਕ ਹੈ ਜੀ, ਫ੍ਰੀ ਹੈ ਜੀ? ਹਾਂਜੀ ਦੱਸੋ। ਅੱਛਾ ਮੈਡਮ ਜੀ, ਗੱਲ ਇਸ ਤਰ੍ਹਾਂ ਹੈ ਵੀ ਬੱਚੇ ਮਿਹਨਤ ਕਰਦੇ ਰਹਿੰਦੇ ਆ, ਹਾਂਜੀ ਹਾਂਜੀ। ਸਕੂਲ ਵਿੱਚ ਤੁਹਾਡੇ ਨਕਲ ਵੱਜਦੀ ਆ। ਕਿਸ ਤਰ੍ਹਾਂ? ਜਿਹੜੇ ਬਾਕੀ ਦੇ ਬੱਚੇ ਆ ਹਾਂਜੀ। ਉਹਨਾਂ ਨੂੰ ਫੋਨ ਤੇ ਨਕਲ ਵੱਜ ਰਹੀ ਆ। ਅੱਛਾ, ਉਹ ਕੋਈ ਅੰਦਰੋਂ ਟੀਚਰ ਨੇ ਉਹ ਏਦਾਂ ਨਾ। ਬੱਚੇ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ, ਜਿਹੜਾ ਇੰਟੈਲੀਜੈਂਟ ਬੱਚਾ ਹੈ, ਜੇ ਕਿਸੇ ਨੇ ਕਰਵਾਈ ਵੀ ਹੋਏਗੀ, ਜਿਹੜਾ ਇੰਟੈਲੀਜੈਂਟ ਬੱਚਾ ਹੈ ਉਹਨੇ ਆਪਣੀ ਇੰਟੈਲੀਜੈਂਸੀ ਦੇ ਮਾਰਕਸ ਲੈਣੇ ਆ। ਠੀਕ ਹੈ ਨਾ? ਕੁਝ ਪਾਸ ਮਾਰਕਸ ਵਾਲੇ ਬੱਚੇ ਆ ਬਿਲਕੁਲ ਹੀ, ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ। ਨਹੀਂ ਮੈਡਮ, ਆਏ ਆ ਨਾ, ਦੇਖੋ ਤੁਸੀਂ ਗੱਲ ਸੁਣੋ ਮੇਰੀ। ਬੱਚਾ ਇੱਕ ਪਾਸੇ ਤਾਂ ਮਿਹਨਤ ਕਰਦਾ, ਇੱਕ ਪਾਸੇ ਬੱਚਾ ਨਕਲ ਮਾਰ ਕੇ ਉਹ ਕਰੇ। ਜਿਹੜਾ ਮਿਹਨਤ ਵਾਲਾ ਬੱਚਾ ਨਾ, ਉਹਨੇ ਪੂਰੇ ਮਾਰਕਸ, ਉਹਨੂੰ ਪੂਰਾ ਜਿੰਨੀ ਉਹਨੇ ਤਿਆਰੀ ਕੀਤੀ ਹੈ। ਜਿਹੜਾ ਦੂਜਾ ਨਕਲ ਵਾਲਾ ਬੱਚਾ ਹੈ, ਉਹਨੂੰ ਤਾਂ ਪਾਸ ਮਾਰਕਸ ਵਾਲੀ ਹੀ ਨਕਲ ਹੁੰਦੀ ਹੋਏਗੀ। ਜੇ ਨਹੀਂ ਮੈਡਮ, ਨਕਲ ਦਾ ਮਤਲਬ ਇਹ ਥੋੜੂ ਆ ਵੀ ਬਾਕੀ ਫੋਨ ਲੈ ਕੇ ਨਕਲਾਂ ਮਰਾਵੇ। ਫਿਰ ਤਾਂ ਧਿਆਨ ਰੱਖਾਂਗੇ ਜੀ। ਪਤਾ ਚੱਕਰ ਮੈਡਮ ਕਿਆ ਹੈ ਤੇ ਪਹਿਲਾ ਫਰਜ਼ ਸੀ ਮੈਨੂੰ ਤੁਹਾਨੂੰ ਦੱਸਣਾ। ਜੇਕਰ ਤੁਹਾਡੇ ਨਹੀਂ ਕੁਝ ਤਾਂ ਮੈਂ ਅੱਗੇ ਸਟੈਪ ਚੱਕ ਸਕਦਾ ਫਿਰ। ਹਾਂ, ਨਹੀਂ ਨਹੀਂ ਨਹੀਂ। ਠੀਕ ਹੈ, ਅੱਛਾ ਫਿਰ ਮੈਨੂੰ ਸਟੈਪ ਚੱਕਣ ਨੂੰ ਮਜਬੂਰ ਨਾ ਕਰਿਓ ਤੁਸੀਂ। ਨਹੀਂ ਨਹੀਂ ਜੀ। ਠੀਕ ਹੈ, ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਜੇ ਕੱਲ ਤੋਂ ਅੱਗੇ ਤੋਂ ਨਕਲ ਵੱਜਦੀ ਹੋਊਗੀ, ਮੈਨੂੰ ਪਤਾ ਲੱਗ ਗਿਆ, ਹਾਂਜੀ, ਤਾਂ ਫਿਰ ਮੈਂ ਅਗਲਾ ਸਟੈਪ ਕੁਝ ਵੀ ਚੱਕ ਸਕਦਾ। ਠੀਕ ਹੈ ਜੀ, ਕੋਈ ਨਹੀਂ। ਠੀਕ ਹੈ ਨਹੀਂ? ਮੇਰਾ ਉਹ ਤਾਂ ਵੀ ਤੁਹਾਡੀ ਮੈਂ ਰਿਸਪੈਕਟ ਕਰਦਾ, ਨੌਲੇਜ ਵਿੱਚ ਆਵੇ, ਸਕੂਲ ਦਾ ਨਾਂ ਨਾ ਖਰਾਬ ਹੋਵੇ। ਬਿਲਕੁਲ ਬਿਲਕੁਲ। ਠੀਕ ਹੈ ਨਾ? ਠੀਕ ਹੈ ਜੀ। ਮੈਂ ਫਿਰ ਕੱਲ ਨੂੰ ਮੇਰਾ ਬੱਚਾ ਮਿਹਨਤ ਕਰੇ, ਬਾਕੀ ਫ੍ਰੀ ਦਾ ਉਹ ਕਰੇ। ਠੀਕ ਹੈ ਨਹੀਂ? ਹਾਂ ਹਾਂ ਹਾਂ, ਠੀਕ ਹੈ ਜੀ। ਆਹ ਗੱਲ ਹੈ, ਤੁਸੀਂ ਬਸ ਧਿਆਨ ਰੱਖਿਓ ਜੀ, ਨਹੀਂ ਤਾਂ ਫਿਰ ਮੈਨੂੰ ਅੱਗੇ ਜਾਣਾ ਪਊਗਾ। ਠੀਕ ਹੈ ਜੀ। ਠੀਕ ਹੈ ਜੀ। ਸੋ ਇਹ ਸੀ ਉਹ ਰਿਕਾਰਡਿੰਗ ਜਿਹਦੇ ਵਿੱਚ ਸਾਫ਼ ਤੌਰ ਤੇ ਪ੍ਰਿੰਸੀਪਲ ਮੈਡਮ ਕਹਿ ਰਹੇ ਨੇ ਵੀ ਅਸੀਂ ਇੰਟੈਲੀਜੈਂਟ ਬੱਚਿਆਂ ਨੂੰ ਤਾਂ ਨਹੀਂ ਕਰਵਾ ਰਹੇ। ਪਰ ਕੀ ਇਹ ਠੀਕ ਹੈ ਕਿ ਫਿਰ ਤੇ, ਕਿਉਂਕਿ ਸਰਕਾਰਾਂ ਤਾਂ ਲਗਾਤਾਰ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਦੀ ਗੱਲ ਤਾਂ ਜਦੋਂ ਮਿਹਨਤ ਕਰਨ ਵਾਲਾ ਹੀ ਬੱਚਾ, ਮਿਹਨਤ ਕਰਨ ਵਾਲੇ ਬੱਚੇ ਨੂੰ ਨੰਬਰ ਹੀ ਨਾ ਮਿਲੇ, ਦੂਸਰਾ ਜਿਹੜਾ ਨਹੀਂ ਪੜ੍ਹਦਾ ਨਲਾਇਕ ਹੈ ਉਹਨਾਂ ਨੂੰ ਨੰਬਰ ਨਲਾਇਕ ਤਾਂ ਨਹੀਂ ਕਰਨਾ। ਜੇਕਰ ਮਿਹਨਤ ਕਰੂੰਗੇ ਸਾਰੇ ਉਹ ਕਰੂੰਗੇ। ਜਦੋਂ ਬੱਚੇ ਨੂੰ ਕੁਝ ਆਉਂਦਾ ਨਹੀਂ, ਬਿਨਾਂ ਮਤਲਬ ਤੋਂ ਪਾਸ ਕਰੀ ਗਏ, ਫਿਰ ਤਾਂ ਪੜ੍ਹਨੇ ਵਾਲਾ ਬੱਚਾ ਤਾਂ ਬੇਕਾਰ, ਪੜ੍ਹਾਈ ਉਹਦਾ ਫਾਇਦਾ ਕਿਆ? ਫਿਰ ਜੇ ਟੀਚਰ ਰੱਖਣੇ ਦਾ ਫਾਇਦਾ ਹੀ ਕਿਆ ਜੀ? ਫਿਰ ਤਾਂ ਪਤਾ ਵੀ ਪੇਪਰਾਂ ਮੈਂ ਫੋਨ ਦੇ ਦੇਣੇ ਆ, ਉਹ ਪੜ੍ਹ ਲਓ, ਫਿਰ ਕਿਆ ਫਾਇਦਾ ਇਹ ਸਕੂਲਾਂ ਇੰਨਾ ਖਰਚ ਕਰਨ ਦਾ ਜੀ? ਬਿਲਕੁਲ। ਜੇ ਨੌਕਰੀ ਵੀ ਕਿਸੇ ਨੂੰ ਮਿਲਦੀ ਹੈ ਕੋਈ, ਚਲੋ ਨੰਬਰਾਂ ਦੇ ਆਧਾਰ ਤੇ ਵੀ ਮਿਲ ਗਈ,
ਤੇ ਉੱਥੇ ਜਾ ਕੇ ਪ੍ਰੈਕਟੀਕਲ ਬੰਦਾ ਕੀ ਕਰੂਗਾ? ਉਹ ਬੱਚਾ ਜਿਹਨੂੰ ਨੌਲੇਜ ਨਹੀਂ ਹੋਣੀ। ਜਿਹਨੂੰ ਨੌਲੇਜ ਕੋਈ ਨੌਲੇਜ ਨਹੀਂ ਜੀ ਹੋਣੀ, ਜਦੋਂ ਉਰੇ ਨਕਲਬਾਜ਼ੀ ਉੱਤੇ ਪੇਪਰ ਕਿਆ ਕਰੂੰਗਾ ਜੀ, ਦੱਸੋ ਮੈਨੂੰ। ਇਹ ਤਾਂ ਰਿਕੁਐਸਟ ਹੀ ਹੈ ਜੀ ਮੇਰੀ, ਬਾਕੀ ਸਰਕਾਰਾਂ ਤੋਂ ਰਿਕੁਐਸਟ ਆ ਵੀ ਇਹੀ ਜਿਹੇ ਟੀਚਰਾਂ ਖਿਲਾਫ ਕਾਰਵਾਈ ਕਰੀ ਜਾਵੇ। ਮੈਂ ਤਾਂ ਇਹੀ ਕਰਦਾ, ਮੈਂ ਆਪਣੇ ਬੱਚੀ ਦਾ ਭਵਿੱਖ ਲਈ ਬਸ ਆਪ ਰਿਕੁਐਸਟ ਹੀ ਹੈ ਜੀ ਤੁਹਾਡੇ ਅੱਗੇ। ਤੇ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਗਏ? ਇੱਕ ਲੈਟਰ ਜਿਹਾ ਵੀ ਵਾਇਰਲ ਹੋ ਰਿਹਾ, ਉਹ 10ਵੀਂ ਕਲਾਸ ਦੀ ਕੁੜੀ ਦਾ ਹੋ ਰਿਹਾ। ਉਹ ਕਹਿੰਦੀ ਸਾਡੇ ਵੀ, ਇਹਦਾ ਮਤਲਬ ਇਹ ਮੰਨੀਏ ਅਸੀਂ ਵੀ ਇਹ ਟੀਚਰ ਨਹੀਂ ਕਰਾ ਰਹੇ, ਉੱਤੋਂ ਖੁੱਲ੍ਹ ਦਿੱਤੀ ਹੋਈ ਹੈ ਇਹਨਾਂ ਨੂੰ। ਹਾਂਜੀ, ਉਹ ਇਸ ਹਿਸਾਬ ਨਾਲ ਤਾਂ ਉਹੀ ਲੱਗਦਾ। ਮੈਂ ਡੀਐਸ ਮੈਡਮ ਦਾ ਵੀ ਫੋਨ ਟਰਾਈ ਕੀਤਾ ਸੀ, ਪਰ ਉਹਨਾਂ ਨੇ ਚੱਕਿਆ ਨਹੀਂ। ਮੈਂ ਉਹਨਾਂ ਨੂੰ ਟਰਾਈ ਕੀਤਾ ਸੀ ਕਿਸੇ ਤੋਂ ਨੰਬਰ ਲੈ ਕੇ, ਕਈ ਵਾਰ ਟਰਾਈ ਕੀਤੀ, ਪਰ ਉਹਨਾਂ ਨੇ ਫੋਨ ਚੱਕਿਆ ਨਹੀਂ। ਤਾਂ ਕਰਕੇ ਤੁਹਾਨੂੰ ਰਿਕੁਐਸਟ ਕਰੀ, ਤੁਸੀਂ ਆ ਗਏ ਜੀ। ਆਪਣੀ ਬੱਚੀ ਲਈ ਕੀ ਕਰ ਸਕਦੇ ਹੋ ਹੁਣ ਫਿਰ ਜੀ ਇਸ ਤਰ੍ਹਾਂ ਜੀ? ਕਿਉਂਕਿ ਜੇ ਮੈਂ ਜੋ ਵੀ ਕਾਨੂੰਨੀ ਕਾਰਵਾਈ ਜੋ ਵੀ ਕੁਝ ਕਰਨਾ ਪਿਆ ਮੈਂ ਕਰੂੰਗਾ, ਕਿਉਂਕਿ ਬੱਚਿਆਂ ਲਈ ਕਰਦੇ ਆ ਸਾਰਾ ਕੁਝ। ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਵੀ ਮੈਂ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਨੂੰ ਉਹ ਕਰਾਂ। ਮੈਂ ਤਾਂ ਦਿਹਾੜੀਆਂ ਕਰਕੇ ਇਹਨੂੰ ਬੱਚੇ ਨੂੰ ਆਪਣੇ ਨੂੰ ਪੜ੍ਹਾ ਰਿਹਾ ਏ। ਹੁਣ ਤੁਸੀਂ ਸੁਪਰਡੈਂਟ ਮੈਡਮ ਕੋਲ ਰਿਕੁਐਸਟ ਲੈ ਕੇ ਗਏ ਸੀ, ਤੁਹਾਨੂੰ ਕੀ ਕਿਹਾ ਉਹਨਾਂ ਨੇ? ਉਹ ਤਾਂ ਕਹਿੰਦੇ ਨਹੀਂ, ਕੋਈ ਕੁਝ ਨਹੀਂ ਹੁੰਦਾ, ਬਾਹਰ ਚਲੋ ਤੁਸੀਂ। ਅੱਛਾ ਜੀ, ਹਾਂਜੀ ਬਿਲਕੁਲ। ਸੋ ਇੱਕ ਹੋਰ ਅੰਦਰ ਫੋਟੋਆਂ ਵੀ ਲੱਗੀਆਂ ਹੋਈਆਂ ਜੀ ਬੱਚੀ ਦੀਆਂ, ਉਹ ਵੀ ਦੇਖ ਲਈਏ ਜੀ। ਸੋ ਚੰਨਪ੍ਰੀਤ ਹੈ ਨਾਮ ਕੁੜੀ ਦਾ, ਸੱਚਮੁੱਚ ਚੰਨ ਹੈ ਇਹ ਮਾਪਿਆਂ ਦਾ, ਕਿਉਂਕਿ ਰੋਸ਼ਨੀ ਬਹੁਤ ਕਰਦੀ ਹੈ ਕੁੜੀ, ਔਰ ਰੋਸ਼ਨਾਇਆ ਹੋਇਆ ਨਾ ਸਕੂਲ ਪੂਰਾ। ਸੋ ਦੇਖੋ, ਇਹ ਧੀ ਤੁਹਾਡੀ ਹੋਆ ਜੀ? ਹਾਂਜੀ ਹਾਂਜੀ ਹਾਂਜੀ, ਇਹ ਵੀ ਡੀਸੀ ਮੈਮ ਤੋਂ, ਏਡੀਸੀ ਮੈਮ ਹੈ, ਉਹਨਾਂ ਤੋਂ ਲੈ ਰਹੇ ਟਰੋਫੀ। ਉਧਰ 골ਡ ਮੈਡਲ ਜਿੱਤ ਕੇ ਲਿਆ ਹੋਵੇ। ਇਹ ਚੰਨਪ੍ਰੀਤ ਹੀ ਹੈ ਮੇਰੀ ਬੇਟੀ ਜੀ। ਇੱਧਰ ਇਹ ਹੈ ਜੀ 골ਡ ਮੈਡਲ ਜਿੱਤ ਕੇ ਲਿਆਏ ਜੀ ਇੰਡੀਆ ਲੈਵਲ ਤੋਂ। ਕਾਹਦੇ ਚ ਜੀ? ਸਕਸੀਸ ਜੀ। ਅੱਛਾ, ਹਾਂਜੀ, ਸ਼ੁਰੂ ਤੋਂ ਹੁਣ ਤੱਕ ਫਾਸਟ ਹੁਸ਼ਿਆਰ ਹੈ ਜੀ, ਸ਼ੁਰੂ ਤੋਂ ਹੁਣ ਤੱਕ ਫਾਸਟ ਹੀ ਆਉਂਦੀ ਰਹੀ ਹੈ। ਹਾਂਜੀ, ਫਿਰ ਦੁੱਖ ਦਾ ਸਰ ਦੁੱਖ ਤਾਂ ਹੁੰਦਾ ਹੀ ਹੈ ਜਦੋਂ ਪੜ੍ਹਨੇ ਵਾਲਾ ਬੱਚਾ ਇਹ ਤੋਂ ਅੱਗੇ ਚਲੇ ਜਾਵੇ, ਜਿਹੜਾ ਮਿਹਨਤ ਕਰਦਾ ਉਹ ਘੱਟ ਨੰਬਰ ਰਵੇ, ਫਿਰ ਦੁੱਖ ਤਾਂ ਸਰ ਹੁੰਦਾ ਹੀ ਆ। ਬਿਲਕੁਲ। ਸੋ ਇਹਦੇ ਬਾਰੇ ਸੋਚਣਾ ਚਾਹੀਦਾ। ਇੱਕ ਚਿੱਠੀ ਵੀ ਜਿਹੜਾ ਇੱਕ ਪੱਤਰ ਵਾਇਰਲ ਹੋ ਰਿਹਾ, ਉਹਨਾਂ ਵੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ ਜਾਂ ਕਿਸ ਤਰ੍ਹਾਂ ਉੱਚਾ ਚੁੱਕਿਆ ਜਾ ਰਿਹਾ, ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਤੇ। ਪਰ ਜੇਕਰ ਸਰਕਾਰਾਂ ਇਸ ਤੋਂ ਬਾਅਦ ਬੋਲੀਆਂ ਹੋਈਆਂ ਪਈਆਂ ਨੇ ਜਾਂ ਨਹੀਂ ਕੁਝ ਕਰਦੀਆਂ, ਨਹੀਂ ਐਕਸ਼ਨ ਹੁੰਦੇ, ਤਾਂ ਇਹੀ ਮੰਨਿਆ ਜਾਵੇ ਸਿੱਧੇ ਤੌਰ ਤੇ ਵੀ ਇਹ ਸਰਕਾਰਾਂ ਦੇ ਵੱਲੋਂ ਕਿਹਾ ਗਿਆ ਵੀ ਇਹਨਾਂ ਬੱਚਿਆਂ ਨੂੰ ਪਾਸ ਕਰਵਾਇਆ ਜਾਵੇ ਤਾਂ ਜੋ ਅਸੀਂ 100% ਰਿਜ਼ਲਟ ਲਿਆ ਕੇ ਦਿਖਾਈਏ। ਕਿਤੇ 100% ਰਿਜ਼ਲਟ ਲਿਆਉਣ ਦੇ ਚੱਕਰਾਂ ਦੇ ਵਿੱਚ ਅਸੀਂ ਬੱਚਿਆਂ ਦਾ ਬੇੜਾ ਨਾ ਗਰਕ ਕਰ ਲਈਏ, ਇਹ ਜ਼ਰੂਰ ਧਿਆਨ ਰੱਖਿਆ ਜਾਵੇ। ਔਰ ਖਾਸ ਤੌਰ ਤੇ ਹੁਣ ਮੈਂ, ਕਿਉਂਕਿ ਹੁਣ ਗਾਜ ਡਿੱਗਣੀ, ਇਸ ਖਬਰ ਤੋਂ ਬਾਅਦ ਗਾਜ ਹੋ ਸਕਦਾ ਹੈ ਕਈ ਟੀਚਰਾਂ ਦੇ ਉੱਤੇ ਡਿੱਗ ਜੇ, ਜਾਂ ਕੰਟਰੋਲਰ ਦੇ ਉੱਤੇ ਡਿੱਗ ਜੇ, ਜਾਂ ਫਿਰ ਮੈਡਮ ਦੇ ਉੱਤੇ ਡਿੱਗ ਜੇ ਜਿਹੜੇ ਸੁਪਰਡੈਂਟ ਨੇ। ਪਰ ਹੁਣ ਉਹਨਾਂ ਟੀਚਰਾਂ ਨੂੰ ਵੀ ਬੋਲਣਾ ਚਾਹੀਦਾ ਇਸ ਬਾਰੇ ਵੀ ਅਸੀਂ ਇਹ ਨਕਲ ਬਿਲਕੁਲ ਨਹੀਂ ਕਰਾਵਾਂਗੇ, ਕਿਉਂਕਿ ਇੱਕ ਪਾਸੇ ਸਰਕਾਰਾਂ ਕਹਿ ਦਿੰਦੀਆਂ, ਜੇ ਸਰਕਾਰਾਂ ਨੇ ਕਿਹਾ ਤਾਂ ਮੈਂ ਗੱਲ ਕਰ ਰਿਹਾ ਵੀ ਇੱਕ ਪਾਸੇ ਸਰਕਾਰਾਂ ਹੀ ਕਹਿੰਦੀਆਂ ਤੇ ਦੂਜੇ ਪਾਸੇ ਇਹੀ ਸਸਪੈਂਡ ਕਰ ਦਿੰਦੀਆਂ। ਜ਼ਮਾਨਾ ਸੋਸ਼ਲ ਮੀਡੀਆ ਦਾ। ਤੇ ਅਸੀਂ ਇੱਕ ਹੋਰ ਗੁਜ਼ਾਰਿਸ਼ ਕਰਦੇ ਹਾਂ, ਜਿਹੜੇ ਹੁਸ਼ਿਆਰ ਬੱਚਿਆਂ ਨੂੰ ਲੱਗਦਾ ਵੀ ਸਾਡੇ ਇੱਥੇ ਵੀ ਇਹ ਹੁੰਦੀ ਹੈ, ਇਸ ਤਰ੍ਹਾਂ ਧੱਕਾ ਹੋ ਰਿਹਾ, ਇਕੱਲੇ ਸਕੂਲ ਦੀ ਕਹਾਣੀ ਹੈ, ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੇ, ਜਾਂ ਆਪਣੇ ਏਰੀਏ ਦੇ ਵਿੱਚ ਉੱਥੋਂ ਦੇ ਪੱਤਰਕਾਰਾਂ ਦੇ ਨਾਲ ਸੰਪਰਕ ਕਰੇ, ਤਾਂ ਜੋ ਅਸੀਂ ਇਸ ਬੇੜਾ ਗਰਕ ਹੋ ਰਿਹਾ ਜੋ ਸਾਡੀ ਸਿੱਖਿਆ ਪ੍ਰਣਾਲੀ ਦਾ, ਉਹਨੂੰ ਸੱਚਮੁੱਚ ਉੱਚਾ ਚੱਕ ਸਕੀਏ। ਸਾਨੂੰ ਵੀ ਪਤਾ ਲੱਗੇ ਸਾਡਾ ਪੰਜਾਬ ਜਾਂ ਸਾਡੇ ਪੰਜਾਬ ਦੇ ਬੱਚੇ ਵਿਦਿਆਰਥੀ ਕਿੰਨੇ ਕੁ ਪਾਣੀ 'ਚ ਨੇ। ਅਸੀਂ ਹੁਣ ਮੈਡਮ ਹੈਗੇ ਨੇ ਸੁਪਰਡੈਂਟ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਉਹਨਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ, ਸੋ ਆਓ ਚੱਲਦੇ ਹਾਂ ਜੀ। ਸੋ ਬੱਚਿਆਂ ਨੂੰ ਨਕਲ ਕਰਾਉਣ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਲੈ ਕੇ ਆਏ ਹੋਏ ਨੇ। ਸੋ ਸੁਪਰਡੈਂਟ ਮੈਡਮ ਸਾਡੇ ਨਾਲ ਮਧੂ ਰਾਣੀ ਜੀ ਮੌਜੂਦ ਨੇ, ਗੱਲਬਾਤ ਕਰਦੇ ਮੈਡਮ। ਪੇਰੈਂਟਸ ਦਾ ਇਹ ਬਲੇਮ ਹੈਗਾ, ਇਹ ਕਹਿ ਰਹੇ ਆ ਪੇਰੈਂਟ ਆਏ ਹੋਏ ਜਿਹੜੇ ਵੀ ਇਹ ਬੱਚੀ ਵੀ ਕਹਿ ਰਹੀ ਹੈ ਵੀ ਮੋਬਾਈਲ ਹੀ ਦੇ ਦਿੱਤਾ ਗਿਆ ਬੱਚਿਆਂ ਨੂੰ, ਨਕਲ ਕਰਵਾਈ ਗਈ ਹੈ ਜੀ ਸਰਕਾਰੀ ਸਕੂਲ 'ਚ। ਸਰ, ਜੇ ਤੁਸੀਂ ਮੋਬਾਈਲ ਦੀ ਗੱਲ ਕਰਦੇ ਹੋ, ਜਿਸ ਦਿਨ ਪਹਿਲੇ ਦਿਨ ਪ੍ਰੀਖਿਆ ਸ਼ੁਰੂ ਹੋਈ ਸੀਗੀ, ਮੈਂ ਇਸ ਸੈਂਟਰ ਦੇ ਵਿੱਚ 29 ਤਰੀਕ ਤੋਂ ਡਿਊਟੀ ਦਿੱਤੀ ਆ, ਤੇ ਮੈਂ ਹਰੇਕ ਨਿਗਰਾਨ ਨੂੰ ਰਿਟਰਨ ਦਿੱਤਾ ਹੋਇਆ। ਬੱਚੇ ਨਿਗਰਾਨ ਦੇ ਸਾਈਨ ਵੀ ਹੈਗੇ ਆ ਵੀ ਮੈਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਬੱਚੇ ਦੀ ਤਲਾਸ਼ੀ ਲੈ ਲਈ ਜਾਵੇ। ਤਲਾਸ਼ੀ ਦੇ ਨਾਲ ਜਿਹੜਾ ਹੈ ਵੀ ਕੋਈ ਸਲਿੱਪ ਆਉਂਦੀ ਹੈ, ਉਹ ਸਾਰਾ ਕੁਝ ਲੈ, ਕੋਈ ਫੋਨ ਹੈ, ਕੋਈ ਅਨਫੇਅਰ ਚੀਜ਼ ਨਹੀਂ ਹੋਣੀ ਚਾਹੀਦੀ, ਠੀਕ ਹੈ। ਲੇਕਿਨ ਜੇ ਇਹਨਾਂ ਕੋਲ ਫਿਰ ਵੀ ਫੋਨ ਨਿਕਲਦਾ ਹੈ ਨਾ, ਫਿਰ ਇਸ ਦੇ ਲਈ ਦੇਖੋ ਜੀ, ਮੈਨੂੰ ਇਸ ਗੱਲ ਦਾ, ਜੇ ਬੱਚੀ ਨੇ ਗੱਲ ਕੀਤੀ ਹੈਗੀ ਹੈ ਕਿ ਫੋਨ ਦੇ ਉੱਤੇ ਕਰਵਾਇਆ ਗਿਆ, ਜੇ ਲੜਕੀ ਉਸੇ ਟਾਈਮ ਹੀ ਕੋਈ ਇਹ ਗੱਲ ਕਹਿੰਦੀ ਕਿ ਮੇਰੇ ਨੌਲੇਜ 'ਚ ਲੈ ਕੇ ਆਂਦੀ, ਮੈਡਮ ਜੀ ਤੁਹਾਡੇ ਸੈਂਟਰ 'ਚ ਇਸ ਤਰ੍ਹਾਂ ਹੋ ਰਿਹਾ, ਜੇ ਮੈਂ ਉਸ ਟਾਈਮ ਐਕਸ਼ਨ ਨਾ ਲੈਂਦੀ ਤਾਂ ਮੈਂ ਉਸ ਦੇ ਲਈ ਫਿਰ ਜ਼ਿੰਮੇਵਾਰ ਹਾਂ। ਤੇ ਹੁਣ ਤੁਹਾਡੇ ਧਿਆਨ 'ਚ ਆ ਗਈ ਜੀ ਗੱਲ, ਹੁਣ ਲਓਗੇ ਐਕਸ਼ਨ ਜੀ? ਜ਼ਰੂਰ ਲਵਾਂਗੇ। ਜੇ ਕੋਈ ਪ੍ਰੋਬਲਮ ਆਂਦੀ ਹੈਗੀ ਹੈ
ਜ਼ਰੂਰ ਲਵਾਂਗੇ। ਤੇ ਜੋ ਪਾਸਟ 'ਚ ਜਿਹੜੇ ਟੀਚਰ ਨੇ ਕੀਤਾ ਜੀ ਉਹਦੇ ਤੇ ਲਓਗੇ, ਕਿਉਂਕਿ ਇਹਦਾ ਬੱਚੀ ਦਾ ਕਹਿਣਾ ਵੀ ਕੋਈ ਸਟੂਡੈਂਟ ਨਹੀਂ ਮੋਬਾਈਲ ਲੈ ਕੇ ਆਇਆ ਹੋਇਆ ਸੀ, ਨਿਗਰਾਨ ਨੇ ਖੁਦ ਆਪਣਾ ਮੋਬਾਈਲ ਦਿੱਤਾ ਕੁੜੀ ਨੂੰ, ਨਾ ਨਹੀਂ ਲੈਣਾ ਚਾਹੁੰਦੇ, ਕਹਿੰਦੇ ਅਸੀਂ ਵੀ ਲੈ ਭਾਈ ਕੁੜੀਏ ਕਰ ਲਾ ਪੇਪਰ। ਦੇਖੋ ਹੁਣ ਫਿਊਚਰ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਆਪਣੀ ਹਰਕਤ ਹੁੰਦੀ ਹੈ ਤਾਂ ਉਸ ਦੇ ਲਈ ਤਾਂ ਜਿਹੜਾ ਹੈ ਕਲੀਅਰ ਹੈ ਕਿ ਐਕਸ਼ਨ ਲੈਣਾ ਪਏਗਾ। ਠੀਕ ਹੈ, ਐਕਸ਼ਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤਾਂ ਇਹੋ ਜਿਹੇ ਸੈਂਟਰ ਦੇ ਵਿੱਚ ਡਿਊਟੀ ਹੀ ਨਹੀਂ ਦੇਣਾ ਚਾਹੁੰਦੀ ਜਿੱਥੇ ਜੇ ਆਪਣੇ ਨਿਗਰਾਨ ਹੈ ਉਹ ਵੀ ਆਪਣੇ ਰਿਲਾਇਬਲ ਨਹੀਂ ਹੈ। ਕੱਲਾ ਜਿਹੜਾ ਸੁਪਰਡੈਂਟ ਕੀ ਕਰੇਗਾ? ਕੱਲਾ ਸੁਪਰਡੈਂਟ ਕੀ ਕਰੇਗਾ? ਉਹ ਇੱਕ ਰੂਮ ਦੇ ਵਿੱਚ 108 ਬੱਚਿਆਂ ਨੂੰ ਕਿਵੇਂ ਸੰਭਾਲੇਗਾ? ਦੱਸੋ, ਕੱਲਾ ਕਿਵੇਂ ਸੰਭਾਲ ਸਕਦਾ? ਜਿਹੜੇ ਨਿਗਰਾਨ ਹੈ ਰਿਲਾਇਬਲ ਹੁੰਦੇ ਆ। ਪਰ ਸੁਪਰਡੈਂਟ ਵੀ ਤਾਂ ਕੋਈ ਦੇਖ ਕੇ ਲਗਾਇਆ ਜਾਂਦਾ ਜੀ ਵੀ ਇਹ ਹੈਗਾ, ਇਹ ਸਖਤ ਹੈਗੇ ਨੇ, ਇਹ ਕਰ ਸਕਦੇ। ਫਿਰ ਇਹਦਾ ਮਤਲਬ ਇਹ ਮੰਨੀਏ ਵੀ ਤੁਹਾਡਾ ਭੈਓ ਨਹੀਂ ਹੈਗਾ ਜੀ ਨਿਗਰਾਨ? ਨਹੀਂ ਸਰ, ਇਸ ਤਰ੍ਹਾਂ ਜਿਹੜੇ ਸਾਨੂੰ 5 ਦਿੱਤੇ ਗਏ ਆ, ਅੱਗੇ ਜਿਹੜੇ ਸੁਪਰਡੈਂਟਸ ਦੀ ਡਿਊਟੀ ਹੁੰਦੀ, ਨਿਗਰਾਨਾਂ ਦੀ ਡਿਊਟੀ ਲੱਗਦੀ ਹੁੰਦੀ ਸੀਗੀ, ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਲੱਗਦੀ ਹੁੰਦੀ ਸੀ, ਅਲੱਗ-ਅਲੱਗ ਸਕੂਲਾਂ ਤੋਂ ਹੁੰਦੇ ਸੀਗੇ। ਹੁਣ ਆਪਣੇ ਹੀ ਕਲਸਟਰ ਦੇ ਜਿਹੜੇ ਨਿਗਰਾਨ ਹੈ ਉਹ ਲਗਾ ਲਏ ਜਾਂਦੇ ਆ। ਠੀਕ ਹੈ, ਤੇ ਹੁਣ ਸਾਨੂੰ ਕੀ ਪਤਾ ਕਿਸ ਦਾ ਕਿਸ ਦੇ ਨਾਲ ਕਿਸ ਤਰ੍ਹਾਂ ਦਾ ਲਿੰਕ ਹੈ। ਠੀਕ ਹੈ ਜੀ। ਬਾਕੀ ਮੈਂ ਤਾਂ ਇਹੀ ਗੱਲ ਕਵਾਂਗੀ ਜੀ, ਜੇ ਕੋਈ ਸੈਂਟਰ ਦੇ ਵਿੱਚ ਇਹੋ ਜਿਹੀ ਕੋਈ ਗਲਤੀ ਹੋਈ ਹੈ ਨਾ, ਜੇ ਇਸ ਤਰ੍ਹਾਂ ਦਾ ਨਿਗਰਾਨ ਨੇ ਕੋਈ ਇਸ ਤਰ੍ਹਾਂ ਦਾ ਕੀਤਾ ਤੇ ਨੈਕਸਟ ਟਾਈਮ ਜਿਹੜੀ ਹੈ ਹੋਰ ਵੀ ਜ਼ਿਆਦਾ ਸਖਤੀ ਵਰਤੀ ਜਾਏਗੀ। ਨੈਕਸਟ ਟਾਈਮ ਤਾਂ ਵਰਤੀ ਜਾਏਗੀ। ਪਰ ਜਿਹੜਾ ਪਿਛਲਾ ਹੋ ਗਿਆ ਜੀ, ਜੇ 2 ਬੱਚੇ ਹੋਰ ਇੰਟੈਲੀਜੈਂਟ, ਕਿਉਂਕਿ ਇਹ ਬੱਚੀ ਕਹਿ ਰਹੀ ਹੈ ਮੈਂ 3-3 ਵਜੇ ਤੱਕ ਪੜ੍ਹਦੀ ਮਰ ਜਾਂਦੀ, ਉਹ ਕਹਿੰਦੀ ਚਲੋ ਵਰਬਲੀ ਦੱਸ ਲਿਆ, ਕਿਸੇ ਨੂੰ ਪਾਸ ਕਰਾਉਣ ਜੋ ਕਰਾਤਾ, ਮੈਨੂੰ ਕੋਈ ਉਹ ਨਹੀਂ ਹੈਗਾ। ਦੇਖੋ ਜੀ, ਇਸ ਦੇ ਲਈ ਤਾਂ ਮੈਂ ਇਹ ਗੱਲ ਕਵਾਂਗੀ, ਇਹ ਮੇਰੇ ਲਈ ਵੀ ਸ਼ਰਮ ਦੀ ਗੱਲ ਹੈ, ਜਿਸ ਨਿਗਰਾਨ ਨੇ ਕਰਾਈ ਹੈ ਉਸ ਦੇ ਲਈ ਵੀ ਸ਼ਰਮ ਦੀ ਗੱਲ ਹੈ ਵੀ ਜੇ ਇਸ ਤਰ੍ਹਾਂ ਦਾ ਕੋਈ ਕੰਮ ਹੋਇਆ ਤਾਂ ਇਹ ਸ਼ਰਮ ਦੀ ਗੱਲ ਹੈ। ਠੀਕ ਹੈ, ਕਿਉਂਕਿ ਹੌਲੀ ਸੌਲੀ ਜੇ ਆਪਾਂ ਗੱਲ ਕਰੀਏ ਵੀ ਸੈਂਟਰ ਦਾ ਜੇ ਆਪਾਂ ਗੱਲ ਕਰੀਏ ਤਾਂ ਇੰਚਾਰਜ ਜਿਹੜੀ ਆ ਮੈਂ ਹੀ ਹੋ ਜਾਣੀ ਹੈਗੀ ਆ। ਕਿਤੇ ਮੈਡਮ ਇਹ ਪਿੱਛੋਂ ਤਾਂ ਨਹੀਂ ਆਰਡਰ, ਕਿਉਂਕਿ 2 ਚਿੱਠੀਆਂ ਹੋਰ ਵਾਇਰਲ ਹੋ ਰਹੀਆਂ ਜੀ ਬੱਚੀਆਂ ਨੇ। ਦੇਖੋ, ਇਸ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਜੇ ਕੋਈ ਇਹ ਜਿਹੀ ਚਿੱਠੀ ਆਂਦੀ ਤਾਂ ਸਾਨੂੰ ਜਿਹੜਾ ਹੈ ਵੀ ਆਪਣਾ ਨੋਟ ਕਰਾਇਆ ਜਾਂਦਾ, ਹੋਰ ਲੈਟਰਸ ਨੋਟ ਹੁੰਦੀਆਂ ਤੇ ਇਹ ਵੀ ਲੈਟਰ ਨੋਟ ਹੁੰਦੀ। ਠੀਕ ਹੈ, ਬਾਕੀ ਜੇ ਨਕਲ ਦੀ ਗੱਲ ਹੈ, ਨਕਲ ਵਿਰੋਧੀ ਤਾਂ ਮੈਂ ਵੀ ਹਾਂ ਜੀ, ਨਕਲ ਵਿਰੋਧੀ। ਠੀਕ ਕਹਿ ਰਹੇ ਵੀ ਕਿਤੇ ਤੁਸੀਂ ਮਜਬੂਰ ਹੋਵੇ, ਆਰਡਰ ਉੱਪਰੋਂ ਹੋਣ ਸਿੱਖਿਆ ਮੰਤਰੀ ਦੇ ਰਿਲੈਕਸੇਸ਼ਨ ਦੇ ਬੱਚਿਆਂ ਨੂੰ, ਕਿਉਂਕਿ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਲਈ ਸਰਕਾਰਾਂ ਕਹਿ ਰਹੀਆਂ ਨੇ, ਕਿਤੇ ਆਹ ਜਲੂਸ ਕੱਢ ਕੇ ਤਾਂ ਨਹੀਂ ਸਿੱਖਿਆ ਪ੍ਰਣਾਲੀ ਉੱਚੀ ਚੱਕ ਰਹੀ ਜੀ ਇਹ। ਇਸ ਦੇ ਬਾਰੇ ਦੇਖੋ ਜੀ, ਮੈਂ ਕੁਝ ਨਹੀਂ ਕਹਿ ਸਕਦੀ ਤੁਹਾਨੂੰ ਜੀ। ਠੀਕ ਹੈ ਜੀ, ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਚੁੱਪੀ ਨਾ ਕੁਝ ਕਹਿਣਾ ਬਹੁਤ ਕੁਝ ਬਿਆਨ ਕਰਦਾ ਵੈਸੇ ਜੀ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਹਰੇਕ ਕੰਮ ਵਾਸਤੇ ਲੈਟਰ ਨਿਕਲਦੀ ਹੈ, ਲੈਟਰ ਕਿਹਨੂੰ ਨਿਕਲੀ ਹੈ ਆਈ ਡੋਂਟ ਨੋ ਕਿਹਨੂੰ ਲੈਟਰ ਨਿਕਲੀ ਹੈ, ਮੈਨੂੰ ਕੁਝ ਨਹੀਂ ਪਤਾਗਾ। ਬਾਕੀ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ, ਜਿਹੜੇ ਇਸ ਸਕੂਲ ਦੇ ਜਿਹੜੇ ਕੰਟਰੋਲਰ ਹੈ, ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਇਸ ਸੰਬੰਧੀ, ਜੇ ਉਹਨਾਂ ਨੂੰ ਕੋਈ ਲੈਟਰ ਮਿਲੀ ਹੋਈ ਹੈ ਤਾਂ। ਠੀਕ ਹੈ ਜੀ, ਬਹੁਤ ਸ਼ੁਕਰੀਆ। ਸੋ ਇਹ ਸੀ ਮੈਡਮ ਮਧੂ ਰਾਣੀ ਜੀ, ਜਿਹੜੇ ਇੱਥੇ ਸੁਪਰਡੈਂਟ ਹੈਗੇ ਨੇ, ਇਹਨਾਂ ਦਾ ਕਹਿਣਾ ਹੈ ਵੀ ਜ਼ਰੂਰ ਸਖਤੀ ਵਰਤੀ ਜਾਏਗੀ। ਹਾਲਾਂਕਿ ਇਹਨਾਂ ਨੇ ਇੱਕ ਜ਼ਰੂਰ ਅਸੀਂ ਉਹਦਾ ਸ਼ਾਟ ਵੀ ਲੈਂਦੇ ਆ, ਇਹਨਾਂ ਨੇ ਨਿਗਰਾਨ ਤੋਂ ਲਿਖਾਇਆ ਹੋਇਆ ਬਕਾਇਦਾ ਲਿਖ ਕੇ ਸਾਈਨ ਕਰਵਾਏ ਹੋਏ ਨੇ ਵੀ ਕਿਸੇ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਨਿਕਲੇਗੀ। ਪਰ ਫਿਰ ਵੀ ਜੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਹੁੰਦੀ ਹੈ ਤਾਂ ਜਿਹੜਾ ਬੱਚਾ ਪੜ੍ਹਦਾ ਹੈ 3-3 ਵਜੇ ਤੱਕ ਤੇ ਦੂਜਾ ਬੱਚਾ 100 ਚੋਂ 100 ਲੈ ਜਾਂਦਾ, ਤੇ ਜੇਕਰ ਮਾਪਿਆਂ ਨੇ ਜਿਵੇਂ ਪਹਿਲਾਂ ਵੀ ਕਿਹਾ ਹੈ ਭਾਈ ਸਾਹਿਬ ਨੇ ਵੀ ਜੇ ਮੇਰੀ ਬੱਚੀ ਨੂੰ ਕੁਝ ਹੋ ਜਾਂਦਾ ਫਿਰ ਮੈਂ ਕੀ ਕਰਦਾ, ਫਿਰ ਕੌਣ ਜ਼ਿੰਮੇਵਾਰ ਹੁੰਦਾ। ਸੋ ਸਵਾਲ ਤਾਂ ਵੱਡੇ ਨੇ। ਸਰਕਾਰ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਦੀ ਹੈ, ਪਰ ਕਿਤੇ ਇਹ ਤਾਂ ਨਹੀਂ ਹੈਗੇ। ਅੱਜ ਮੈਡਮ ਵੀ ਕਹਿ ਰਹੇ ਨੇ ਵੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਇਹ ਚੁੱਪੀ ਬਹੁਤ ਕੁਝ ਬਿਆਨ ਕਰਦੀ ਹੈ। ਕਿਤੇ ਰਿਲੈਕਸੇਸ਼ਨ ਸਰਕਾਰਾਂ ਵੱਲੋਂ ਤਾਂ ਨਹੀਂ ਦਿੱਤੀ ਗਈ, ਤੇ ਗਾਜ ਕੇ ਕੱਲ੍ਹ ਨੂੰ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੋਈ ਵੀ ਬੋਲ ਦੂਗਾ ਤੇ ਗੱਲ ਫਿਰ ਟੀਚਰਾਂ ਦੇ ਉੱਤੇ ਆ ਜਾਣੀ। ਤੇ ਇਹ ਵੀ ਜ਼ਰੂਰ ਹੈ, ਜੇ ਕੁਝ ਅਜਿਹਾ ਹੁੰਦਾ ਤਾਂ ਮੈਂ ਕਹਿੰਦਾ ਟੀਚਰਾਂ ਨੂੰ ਵੀ ਫਿਰ ਇਕੱਠੇ ਹੋ ਕੇ ਬੋਲਣਾ ਚਾਹੀਦਾ ਵੀ ਇੱਕ ਨਾਲ ਧੱਕਾ ਕਿਉਂ ਹੋ ਰਿਹਾ, ਨਿਗਰਾਨ ਦੇ ਨਾਲ ਜਾਂ ਸੁਪਰਡੈਂਟ ਦੇ ਨਾਲ ਧੱਕਾ ਕਿਉਂ। ਜਦੋਂ ਸਰਕਾਰਾਂ ਨੇ ਖੁੱਲ੍ਹ ਦੇਣ ਨੂੰ ਕਿਹਾ ਤਾਂ ਉਹਦੇ ਖਿਲਾਫ ਵੀ ਮੈਂ ਕਹਿੰਦਾ ਫਿਰ ਮੋਰਚਾ ਜ਼ਰੂਰ ਖੁੱਲ੍ਹਣਾ ਚਾਹੀਦਾ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।